ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ। 7 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਨੈਸ਼ਨਲ ਸ਼ੂਟਰ ਦਾ ਮਰਡਰ ਹੁੰਦਾ ਹੈ, ਜਿਸ ਦੀ ਮਰਡਰ ਦੀ ਗੁੱਥੀ ਜਿਹੜੀ ਹੈ ਅਣਸੁਲਝੀ ਸੀ। ਪਿਛਲੇ ਦਿਨਾਂ ਦੇ ਵਿੱਚ ਸੀਬੀਆਈ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਕਰਦੀ ਹੈ। ਗ੍ਰਿਫਤਾਰੀ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਹੁਣ ਗੁੱਥੀ ਸੁਲਝ ਜਾਏਗੀ। ਚਾਰਜ ਸ਼ੀਟ ਦਾ ਜ਼ਿਕਰ ਹੁੰਦਾ ਹੈ ਤਾਂ ਕਹਿ ਦਿੱਤਾ ਗਿਆ ਜਾਂਦਾ ਹੈ ਕਿ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਹੁਣ ਮੇਨ ਸ਼ੂਟਰ ਵੀ ਹੈ। ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ, ਲੇਕਿਨ ਅੱਜ ਉਸੀ ਆਰੋਪੀ ਨੂੰ, ਜਿਸ ਨੂੰ ਆਰੋਪੀ ਬਣਾਇਆ ਗਿਆ ਸੀ, ਉਸ ਨੂੰ ਬੇਲ ਮਿਲ ਜਾਂਦੀ ਹੈ ਔਰ ਬੇਲ ਤੇ ਸਵਾਲ ਚੁੱਕੇ ਜਾਂਦੇ ਨੇ। ਐਸਐਸ ਨਰੂਲਾ ਐਡਵੋਕੇਟ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਸਰ, ਕਲਿਆਣੀ ਸਿੰਘ ਦੀ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਜਦੋਂ ਗ੍ਰਿਫਤਾਰੀ ਹੋਈ ਤੇ ਕਹਿ ਦਿੱਤਾ ਗਿਆ ਬਈ ਹੁਣ ਗੁੱਥੀ ਸੁਲਝ ਜਾਏਗੀ। 7 ਸਾਲ ਪੁਰਾਣਾ ਜਿਹੜਾ ਮਾਮਲਾ ਹੈ, ਇਸ ਦੇ ਤਾਰ ਜਿਹੜੇ ਨੇ ਇੱਕ ਨਾਲ ਇੱਕ ਜੁੜਦੇ ਨਜ਼ਰ ਆਉਣਗੇ। ਲੇਕਿਨ ਅੱਜ ਜਦੋਂ ਬੇਲ ਦਿੱਤੀ ਗਈ ਹੈ ਕਲਿਆਣੀ ਸਿੰਘ ਨੂੰ, ਉਸ ਤੋਂ ਬਾਅਦ ਇਸ ਬੇਲ ਤੇ ਸਵਾਲ ਚੱਕਣੇ ਸ਼ੁਰੂ ਹੋ ਗਏ। ਪਰਿਵਾਰ ਕਹਿ ਰਿਹਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ, ਅਸੀਂ ਇਸ ਮਾਮਲੇ ਨੂੰ ਹੋਮ ਮਿਨਿਸਟਰ ਦੇ ਕੋਲ ਚੱਕਾਂਗੇ। ਉਹ ਕਹਿੰਦੇ ਕਿ ਚਾਰਜ ਸ਼ੀਟ ਜਿਹੜੀ ਹੈ, ਯਾਨੀ ਸੀਬੀਆਈ ਨੇ ਜਿਹੜਾ ਕੇਸ ਬਣਾਇਆ, ਬੜਾ ਪੁਖਤਾ ਕੇਸ ਬਣਾਇਆ, ਉਸ ਦੇ ਬਾਵਜੂਦ ਵੀ ਸਾਰੇ ਐਵੀਡੈਂਸ ਨੂੰ ਦਰਕਿਨਾਰ ਕਰਦੇ ਹੋਏ ਆ ਬੇਲ ਦਿੱਤੀ ਗਈ ਹੈ। ਇਹ ਸਾਰੀਆਂ ਗੱਲਾਂ ਜੀ ਬੇਬੁਨਿਆਦ ਹੈ, ਕਿਸੇ ਦਾ ਕੋਈ ਤੱਥ ਨਹੀਂ ਹੈ। ਬਾਕੀ ਜੇ ਉਹ ਬੇਲ ਚੈਲੰਜ ਕਰਨਾ ਚਾਹੁੰਦੇ ਆ ਸੁਪਰੀਮ ਕੋਰਟ, ਉਹ ਜ਼ਰੂਰ ਕਰ ਸਕਦੇ ਆ, ਉਹਨਾਂ ਦਾ ਹੱਕ ਹੈ, ਲੀਗਲ ਪ੍ਰੋਵੀਜ਼ਨ ਹੈਗਾ ਇਸ ਬਾਰੇ। ਪਰ ਜਿੱਦ ਤੱਕ ਸਵਾਲ ਹੈ ਕਿ ਅਸੀਂ ਹੋਮ ਮਿਨਿਸਟਰ ਕੋਲ ਜਾਵਾਂਗੇ, ਹੋਰ ਜਗ੍ਹਾ ਜਾਵਾਂਗੇ, ਇਹ ਸਭ ਫालतू ਦੀਆਂ ਗੱਲਾਂ, ਕਿਤੇ ਜਾਣ ਦਾ ਕੋਈ ਫਾਇਦਾ ਨਹੀਂ। ਇੱਕ ਲੀਗਲ ਰੈਮੇਡੀ ਪ੍ਰੋਵਾਈਡ ਕੀਤੀ ਗਈ, ਉਸ ਹਿਸਾਬ ਨਾਲ ਚੱਲਣਾ ਪਏਗਾ। ਔਰ ਜਿੱਥੇ ਤੱਕ ਸਵਾਲ ਹੈ ਕਲਿਆਣੀ ਦਾ ਔਰ ਐਵੀਡੈਂਸ ਦਾ, ਸੀਬੀਆਈ ਕੋਲ ਅੱਜ ਵੀ ਕੋਈ ਐਵੀਡੈਂਸ ਹੈ ਨਹੀਂ ਐਕਚੁਅਲੀ, ਕਿਉਂਕਿ ਦਸੰਬਰ 2020 ਦੇ ਵਿੱਚ ਸੀਬੀਆਈ ਨੇ ਆਪਣੇ ਆਪ ਹੀ ਅਨਟ੍ਰੇਸ ਰਿਪੋਰਟ ਫਾਈਲ ਕੀਤੀ ਸੀਗੀ। 178 ਗਵਾਹ ਰਿਕਾਰਡ ਕੀਤੇ ਔਰ ਉਹਦੇ ਬਾਅਦ ਇਹ ਕਿਹਾ ਕਿ ਸਾਡੇ ਕੋਲ ਕਲਿਆਣੀ ਦੇ ਖਿਲਾਫ ਕੋਈ ਪੁਖਤਾ ਸਬੂਤ ਨਹੀਂ ਹੈ, ਇਸ ਲਈ ਅਸੀਂ ਚਲਾਨ ਨਹੀਂ ਕਰ ਰਹੇ। ਉਹਦੇ ਬਾਅਦ ਸਡਨਲੀ 1.5 ਸਾਲ ਬਾਅਦ ਕਲਿਆਣੀ ਨੂੰ ਅਰੈਸਟ ਕਰ ਲਿਆ ਜਾਂਦਾ ਔਰ ਫਿਰ ਕਿਹਾ ਜਾਂਦਾ ਜਿਹੜੇ ਕੋਲ ਹੁਣ ਆਈ ਵਿਟਨੈਸ ਆ ਗਿਆ ਜਿਨਨੇ ਉਹਨੂੰ ਗੋਲੀ ਮਾਰਦੇ ਦੇਖਿਆ। 7 ਸਾਲ ਬਾਅਦ ਗਵਾਹ ਕਿੱਥੋਂ ਆ ਗਿਆ, ਕਿੱਥੋਂ ਪੈਦਾ ਹੋ ਗਿਆ, ਇਹ ਸੀਬੀਆਈ ਨੂੰ ਸਾਰੇ ਹਲੇ ਜਵਾਬ ਦੇਣੇ ਪੈਣੇ ਹੈ, ਕਿਉਂਕਿ ਕੋਈ ਚੀਜ਼ ਸਾਹਮਣੇ ਅਸਲ 'ਚ ਹੈ ਨਹੀਂ। ਕੋਈ ਐਸਾ ਗਵਾਹ ਨਹੀਂ ਹੋ ਸਕਦਾ ਜਿਹੜਾ ਉੱਥੇ ਮੌਕੇ 'ਤੇ ਹੋਏ ਔਰ ਪਹਿਲਾਂ ਜਦੋਂ ਸੀਬੀਆਈ 5 ਸਾਲ ਇਨਵੈਸਟੀਗੇਸ਼ਨ ਕਰ ਚੁੱਕੀ ਸੀ ਤਦ ਤਾਂ ਸਾਹਮਣੇ ਆਏ ਨਾ, ਔਰ 7ਵੇਂ ਸਾਲ ਸਾਹਮਣੇ ਆ ਜੇ, ਇਹ ਵੀ ਬੜੀ ਅਜੀਬ ਗੱਲ ਹੈ। ਲੇਕਿਨ ਨਰੂਲਾ ਜੀ, ਜਿਸ ਤਰ੍ਹਾਂ ਹੁਣ ਕਿਹਾ ਗਿਆ ਕਿ ਮੇਨ ਸ਼ੂਟਰ ਹੈ ਕਲਿਆਣੀ, ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ। ਕਿਹਾ ਗਿਆ ਕਿ ਪੁਖਤਾ ਚਾਰਜ ਸ਼ੀਟ ਜਿਹੜੀ ਹੈ ਉਹ ਕੋਰਟ ਦੇ ਵਿੱਚ ਸਿੱਧੇ ਤੌਰ 'ਤੇ ਉਸ ਦੇ ਉੱਪਰ ਬਹਿਸ ਹੋਣੀ ਚਾਹੀਦੀ ਸੀ, ਉਸ ਚਾਰਜ ਸ਼ੀਟ ਨੂੰ ਵੇਖਣਾ ਚਾਹੀਦਾ ਸੀ। ਇਸ ਤਰ੍ਹਾਂ ਦੀ ਵੀ ਗੱਲਾਂ ਹੋਈਆਂ ਨੇ, ਕਿਉਂਕਿ ਕਹਿੰਦੇ ਕਿ ਸੀਬੀਆਈ ਕਹਿੰਦੀ ਸੀ ਕਿ ਅਸੀਂ ਚਾਰਜ ਸ਼ੀਟ ਜਿਹੜੀ ਬਣਾ ਰਹੇ ਹਾਂ ਉਸ ਦੇ ਵਿੱਚ ਸਾਰੇ ਤੱਥਾਂ ਨੂੰ ਸ਼ਾਮਲ ਕੀਤਾ ਗਿਆ ਤੇ ਸਿੱਧੇ ਤੌਰ 'ਤੇ ਉਸ ਤੋਂ ਬਾਅਦ ਜਿਹੜੇ ਅੱਜ ਸਵਾਲ ਚੁੱਕੇ ਗਏ ਨੇ, ਤੁਹਾਡੇ ਗਰਾਊਂਡ ਕੀ ਕਹਿੰਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ, ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਹੋਈ ਔਰ ਹੁਣ ਮੇਨ ਐਕਿਊਜ਼ਡ ਬਣਾਇਆ ਜਾ ਰਿਹਾ ਕਲਿਆਣੀ? ਜਿੰਨੇ ਵੀ ਪੁਖਤਾ ਸਬੂਤ ਉਹ ਕਹਿ ਰਹੇ ਆ ਜੀ, ਉਹਦੇ 'ਚ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਮੇਨ ਐਵੀਡੈਂਸ ਸੀਬੀਆਈ ਨੇ ਇਕੱਠੀ ਕੀਤੀ ਸੀ ਉਹ 178 ਗਵਾਹ ਪਹਿਲਾਂ ਦੇ ਆ, ਜਿਹੜੇ ਕਿ ਅਨਟ੍ਰੇਸ ਰਿਪੋਰਟ ਦੇ ਟਾਈਮ ਸੀਗੇ। ਉਹਦੇ ਬਾਅਦ ਜੇ 2-3 ਕੋਈ ਹੋਰ ਗਵਾਹ ਰਿਕਾਰਡ ਉਹਨੇ ਕੀਤੇ ਹੋਣਗੇ, ਇੱਕ ਕੀਤਾ ਹੋਏਗਾ, ਉਹ ਸਾਰੇ ਤੱਥ ਸੀਬੀਆਈ ਨੇ ਰਿਕਾਰਡ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਦੇ ਕੇ ਗਏ ਸੀਗੇ ਜਦੋਂ ਬਹਿਸ ਹੋਈ ਹੈ 2 ਤਰੀਕ ਨੂੰ। ਔਰ ਉਹਦੇ ਬਾਅਦ ਸਿਰਫ ਜਿਹੜੀ ਫਾਰਮਲ ਚਾਰਜ ਸ਼ੀਟ ਹੁੰਦੀ ਹੈ, ਜਿਹੜਾ ਉਹਦਾ ਕਵਰਿੰਗ ਪੇਜ ਹੁੰਦਾ, ਉਹ ਲਿਖਿਆ ਜਾਣਾ ਰਹਿ ਗਿਆ ਸੀਗਾ। ਉਹ ਲਿਖਿਆ ਗਿਆ, ਉਹਦੇ ਬਾਅਦ ਉਹਦੇ ਬੇਸ 'ਤੇ ਫਾਈਲ ਕਰਤਾ। ਪਰ ਜੱਜ ਸਾਹਿਬ ਕੋਲ ਸਾਰੇ ਤੱਥ ਸੀਬੀਆਈ ਨੇ ਆਲਰੇਡੀ ਸਾਹਮਣੇ ਰੱਖਤੇ ਸੀ, ਜਿਨ੍ਹਾਂ ਨੂੰ ਪੁਖਤਾ ਕਿਹਾ ਜਾ ਰਿਹਾ, ਉਹ ਪੁਖਤਾ ਦਾ ਆਪਣੇ ਆਪ ਹੀ ਨੈਗੇਟਿਵਿਟੀ ਹੋ ਗਈ ਹੈ, ਨਿਗੇਟ ਹੋ ਚੁੱਕੇ ਹੈ, ਕਿਉਂਕਿ ਜਦੋਂ ਜੱਜ ਸਾਹਿਬ ਨੇ ਉਹ ਪੁਖਤਾ ਤੱਥ ਨਾ ਮੰਨਦੇ ਹੋਏ ਹਾਈ ਕੋਰਟ ਨੇ ਬੇਲ ਦੇ ਦਿੱਤੀ ਉਹਨੂੰ। ਅੱਜ ਜਦੋਂ ਮੀਡੀਆ ਟ੍ਰਾਇਲ ਹੁੰਦਾ ਇਸ ਪੂਰੇ ਮਾਮਲੇ ਦਾ, ਪਿਛਲੇ ਕਾਫੀ ਸਮਾਂ ਤੋਂ ਮੀਡੀਆ ਟ੍ਰਾਇਲ ਵੀ ਹੋ ਰਿਹਾ, ਉਸ ਸਮਾਂ ਬਹੁਤ ਸਾਰੀ ਚੀਜ਼ਾਂ ਕਹੀਆਂ ਜਾਂਦੀਆਂ ਨੇ, ਗਰਾਊਂਡ ਲੈਵਲ 'ਤੇ ਗੱਲਾਂ ਕਹੀਆਂ ਜਾਂਦੀਆਂ ਨੇ, ਲੇਕਿਨ ਕੋਰਟ ਦੇ ਵਿੱਚ ਐਵੀਡੈਂਸ ਦੀ ਘਾਟ ਵੇਖਣ ਨੂੰ ਮਿਲਦੀ ਹੈ। ਇਸ ਦਾ ਕੀ ਅਸਲ ਰੀਜ਼ਨ ਮੰਨਦੇ ਹੋ ਤੁਸੀਂ? ਇਹੀ ਹੋਇਆ ਕਿਉਂਕਿ ਮੀਡੀਆ ਟ੍ਰਾਇਲ ਵਿੱਚ ਸਿਰਫ ਇੱਕੋ ਹੀ ਫਾਇਦਾ ਹੁੰਦਾ ਹੈ ਕੰਪਲੇਨੈਂਟ ਨੂੰ ਕਿ ਜੱਜ ਅੰਡਰ ਪ੍ਰੈਸ਼ਰ ਆ ਜਾਂਦਾ ਔਰ ਨਾਰਮਲੀ ਐਵੀਡੈਂਸ ਨਹੀਂ ਦੇਖੀ ਜਾਂਦੀ। ਇਹ ਵੀ ਨਹੀਂ ਦੇਖਿਆ ਜਾਂਦਾ ਕਿ ਸ਼ਾਰਟੇਜਸ ਕੀ ਹੈ ਐਵੀਡੈਂਸ ਵਿੱਚ। ਅੰਡਰ ਪ੍ਰੈਸ਼ਰ ਜੁਡੀਸ਼ਰੀ ਨੂੰ ਕੀਤਾ ਜਾਂਦਾ ਇਹਦੇ ਨਾਲ, ਉਹ ਆਲਰੇਡੀ ਹੋ ਚੁੱਕਿਆ ਸੀਗਾ। ਇਸੇ ਕਰਕੇ ਜਿਹੜੇ ਸੀਬੀਆਈ ਦੇ ਜੱਜ, ਸਪੈਸ਼ਲ ਜੱਜ ਹੈਗੇ ਚੰਡੀਗੜ੍ਹ, ਉਹਨਾਂ ਨੇ ਇਸੇ ਕਰਕੇ ਬੇਲ ਨਹੀਂ ਕੀਤੀ ਸੀਗੀ। ਪਰ ਇਹ ਜੱਜ ਸਾਹਿਬ, ਕਿਉਂਕਿ ਹਾਈ ਕੋਰਟ ਦੇ ਜੱਜ ਸਾਹਿਬ ਹੈ, ਕੌਂਸਟੀਟਿਊਸ਼ਨਲ ਪੋਸਟ ਹੈ, ਇਹਨਾਂ ਨੇ ਪ੍ਰੈਸ਼ਰ ਨਾ ਮੰਨਦੇ ਹੋਏ ਜੋ ਰਿਕਾਰਡ ਤੇ ਐਵੀਡੈਂਸ ਸੀਬੀਆਈ ਨੇ ਲਾਈ, ਜੋ ਤੱਥ ਸਾਹਮਣੇ ਸੀ, ਉਹ ਦੇਖਦੇ ਹੋਏ ਅੱਜ ਇਹ ਪਾਇਆ ਕਿ ਕੇਸ ਬੇਲ ਦਾ ਬਣਦਾ। ਲੇਕਿਨ ਇਸ ਜੱਜ ਦਾ ਵੀ ਰਿਲੇਸ਼ਨ ਜੋੜ ਦਿੱਤਾ ਗਿਆ ਕਿ ਹਿਮਾਚਲ ਨਾਲ ਤਾਲੁਕ ਰੱਖਦੇ ਨੇ। ਕਲਿਆਣੀ ਸਿੰਘ ਦੀ ਮਦਰ ਦਾ ਜ਼ਿਕਰ ਕੀਤਾ ਗਿਆ ਕਿ ਉਹ ਵੀ ਹਿਮਾਚਲ ਦੇ ਵਿੱਚ ਜੱਜ ਨੇ। ਇਸ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਆ ਰਿਲੇਸ਼ਨ ਜੋੜੇ ਜਾ ਰਹੇ ਨੇ ਇਸ ਪੂਰੇ ਫੈਸਲੇ ਨੂੰ ਲੈ ਕੇ। ਇਹਦੇ 'ਚ 2 ਗੱਲਾਂ ਜੀ। ਇੱਕ ਤਾਂ ਜਿਹੜੇ ਜੱਜ ਸਾਹਿਬ ਨੇ ਸੁਣਿਆ ਮਸਲਾ, ਉਹ ਕਦੀ ਇਨ ਕੰਟੈਕਟ ਨਹੀਂ ਰਹੇ ਕਲਿਆਣੀ ਦੇ ਮਦਰ ਦੇ ਨਾਲ, ਸਿਰਫ ਹਿਮਾਚਲ ਤੋਂ ਹੈ, ਠੀਕ ਹੈ। ਪਰ ਜੇ ਕੋਈ ਵੀ ਜੱਜ ਸਾਹਿਬ ਇਸ ਹਾਈ ਕੋਰਟ ਦੇ ਵੀ ਸੁਣਦੇ ਤਾਂ ਜਿਹੜੇ ਜਸਟਿਸ ਸਬੀਨਾ ਹੈਗੇ ਆ, ਮਦਰ ਹੈ ਕਲਿਆਣੀ ਦੇ, ਉਹ ਜਦੋਂ ਉਹਨਾਂ ਦੀ ਅਪਾਇੰਟਮੈਂਟ ਹੋਈ ਸੀ ਤਾਂ ਪੰਜਾਬ 'ਚ ਹੋਈ ਸੀ ਐਜ਼ ਐਡੀਸ਼ਨਲ ਸੈਸ਼ਨ ਜੱਜ। ਫਿਰ ਉਹਨਾਂ ਦੀ ਐਲੀਵੇਸ਼ਨ ਹੋਈ ਹਾਈ ਕੋਰਟ ਵਿੱਚ, ਪੰਜਾਬ ਹਾਈ ਕੋਰਟ 'ਚ। ਇੱਥੇ ਰਹੇ ਇੰਨੇ ਸਾਲ ਜੱਜ ਹੋ, ਫਿਰ ਤਾਂ ਕੋਈ ਵੀ ਜੱਜ ਸੁਣੇਗਾ ਤਾਂ ਸਭ 'ਤੇ ਇਲਜ਼ਾਮ ਲਾ ਦਾਂਗੇ ਅਸੀਂ, ਹੈ ਨਾ। ਫਿਰ ਤਾਂ ਇਹ ਕਹਿਣ ਦਾ ਮਤਲਬ ਹੋ ਗਿਆ, ਜੇ ਉਹਨਾਂ ਦੇ ਵਕੀਲ ਸਾਹਿਬ ਵੀ ਇਹ ਕਹਿ ਰਹੇ ਹੈ ਕਿ ਜੱਜ ਸਾਹਿਬ ਹਿਮਾਚਲ ਤੋਂ ਹੈ, ਤਾਂ ਇਹ ਕਹਿਣਾ ਚਾਹ ਰਿਹਾ ਜੁਡੀਸ਼ਰੀ 'ਤੇ ਵਿਸ਼ਵਾਸ ਨਹੀਂ ਹੈ ਉਹਨਾਂ ਨੂੰ। ਜੇ ਜੁਡੀਸ਼ਰੀ 'ਤੇ ਵਿਸ਼ਵਾਸ ਨਹੀਂ ਹੈ, ਫਿਰ
ਫੈਸਲਾ ਆਪਣੇ ਆਪ ਹੀ ਕਰ ਲੈਣ, ਫਿਰ ਜੱਜਾਂ ਕੋਲ ਜਾਂਦੇ ਕਿਉਂ? ਕੰਟੈਂਪਟ ਦਾ ਮਾਮਲਾ ਹੈਗਾ। ਬਿਲਕੁਲ ਕੰਟੈਂਪਟ ਬਣਦੀ ਹੈ ਜੀ। ਦੀ ਮੋਮੈਂਟ ਯੂ ਲੈਵਲ ਐਲੀਗੇਸ਼ਨਸ ਅਗੇਂਸਟ ਐਨੀ ਜੱਜ ਇਟ ਅਮਾਊਂਟਸ ਟੂ ਕੰਟੈਂਪਟ। ਇਨਫੈਕਟ ਜਦੋਂ ਪਹਿਲਾਂ ਵੀ ਜਸਟਿਸ ਚਿਤਕਾਰਾ ਨੇ ਪੁੱਛਿਆ ਸੀ ਇਹਨਾਂ ਨੂੰ ਕਿ ਤੁਹਾਨੂੰ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੇਰੇ ਤੋਂ ਟ੍ਰਾਂਸਫਰ ਮੰਗ ਲਓ, ਉਹਦੇ ਵਿੱਚ CBI ਨੇ ਵੀ ਐਫੀਡੇਵਿਟ ਫਾਈਲ ਕੀਤਾ, SP ਨੇ, ਬਰਾੜ ਨੇ, ਕਿ ਅਸੀਂ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦੇ, ਟ੍ਰਾਂਸਫਰ ਕਰਤਾ ਜਾਏ। ਜਦ ਕਿ ਜਿਹੜਾ ਗਵਰਨਮੈਂਟ ਅਫੀਸ਼ੀਅਲ ਹੈ ਉਹ ਕਦੀ ਵੀ ਗਵਰਨਮੈਂਟ ਮਸ਼ੀਨਰੀ ਤੇ ਕਦੇ ਵੀ ਇਲਜ਼ਾਮ ਨਹੀਂ ਲਾ ਸਕਦਾ, ਸਵਾਲ ਨਹੀਂ ਚੁੱਕ ਸਕਦਾ, ਔਰ ਉਹ ਵੀ ਕਨਸਟੀਟਿਊਸ਼ਨਲ ਜੱਜ ਤੇ। ਇਨਫੈਕਟ ਹੁਣ ਬੇਲ ਹੋ ਗਈ ਹੈ, ਵੀ ਆਰ ਕੰਟੈਂਪਲੇਟਿੰਗ ਕਿ ਜਿਹੜਾ ਬਰਾੜ ਹੈਗਾ SP, ਉਸ ਤੇ ਵੀ ਅਸੀਂ ਕੰਟੈਂਪਟ ਪ੍ਰੋਸੀਡਿੰਗ ਚਾਲੂ ਕਰੀਏ ਕਿ ਭਾਈ ਤੂੰ ਕਿਵੇਂ ਕਹਿ ਸਕਦਾ ਵਿਸ਼ਵਾਸ ਨਹੀਂ ਜੱਜ ਤੇ, ਜਦ ਕਿ CBI ਦੇ ਸਾਰੇ ਕੇਸ ਜਸਟਿਸ ਚਿਤਕਾਰਾ ਕੋਲ ਹੈ, ਤਾਂ ਇੱਕ ਕੇਸ ਵਿੱਚ ਵਿਸ਼ਵਾਸ ਕਿਉਂ ਨਹੀਂ ਹੈ, ਬਾਕੀਆਂ 'ਚ ਵਿਸ਼ਵਾਸ ਕਿਵੇਂ ਹੈ? ਇੱਕ ਆਖਰੀ ਸਵਾਲ, ਇਸ ਦੇ ਵਿੱਚ ਜਿਹੜੇ ਨਵੇਂ ਗਵਾਹਾਂ ਦੀ ਗੱਲ ਕੀਤੀ ਜਾ ਰਹੀ ਹੈ, ਕੀ ਲੱਗਦਾ ਤੁਹਾਨੂੰ ਉਹ ਗਵਾਹ ਕਿਆ ਤਿਆਰ ਕੀਤੇ ਗਏ ਨੇ ਜਾਂ ਵਾਕਿਆ ਹੀ ਅਸਲੀਅਤ ਦੇ ਨਾਲ ਉਹ ਵੀ ਜੁੜੇ ਹੋਏ ਨੇ? ਉਹ ਗਵਾਹ ਉਹਨਾਂ ਨੇ ਵਾਕਿਆ ਇਨਸੀਡੈਂਟਸ ਦੇਖਿਆ, ਕਿਉਂਕਿ ਸਟੇਟਮੈਂਟ ਦੇ ਵਿੱਚ ਆਇਆ ਕਿ ਇਨਸੀਡੈਂਟਸ ਦੇਖਿਆ, ਕਲਿਆਣੀ ਨੂੰ ਗੋਲੀ ਮਾਰਦੇ ਹੋਏ ਦੇਖਿਆ CP ਨੂੰ। ਦੇਖੋ, ਇਹ ਗਵਾਹ ਜਿਹੜਾ ਹੋਏਗਾ ਇਹ ਬਣਵਾਇਆ ਹੀ ਹੋਏਗਾ, ਕੋਈ ਨਾ ਕੋਈ ਇੰਟਰੋਡਿਊਸ ਕੀਤਾ ਗਿਆ, ਕਿਉਂਕਿ 7 ਸਾਲ ਬਾਅਦ ਗਵਾਹ ਕਿੱਥੋਂ ਆ ਗਿਆ? ਜੇ ਗਵਾਹ ਸੀਗਾ ਤਾਂ ਪਹਿਲਾਂ ਵੀ ਹੋਣਾ ਚਾਹੀਦਾ ਸੀਗਾ, ਔਰ ਇੰਨੀ ਦੇਰ CBI ਇਨਵੈਸਟੀਗੇਸ਼ਨ ਕਰ ਰਹੀ ਹੈ। 2016 ਮਾਰਚ ਤੋਂ ਇਨਵੈਸਟੀਗੇਸ਼ਨ CBI ਕੋਲ ਹੈ, ਅਨਟ੍ਰੇਸ ਵੀ ਫਾਈਲ ਕੀਤੀ, ਅਖਬਾਰਾਂ 'ਚ ਇਸ਼ਤਿਹਾਰ ਵੀ ਦਿੱਤੇ, ਫਿਰ ਉਹ ਪਹਿਲਾਂ ਕਿੱਥੇ ਸੀ ਗਵਾਹ, ਅੱਜ ਕਿੱਥੋਂ ਆ ਗਿਆ ਨਿਕਲ ਕੇ? ਇਸ ਤੋਂ ਜ਼ਾਹਿਰ ਹੈ ਕਿ ਜਿਹੜਾ ਗਵਾਹ ਹੈਗਾ ਬਣਾਇਆ ਗਿਆ ਬਾਅਦ 'ਚ। ਚਲੋ, ਵੱਡਾ ਮਸਲਾ ਹੈ, ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਮਸਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਕੋਰਟ 'ਚ ਦੁਬਾਰਾ ਸੁਣਵਾਈ ਹੁੰਦੀ ਹੈ ਤੇ ਕਿਸ ਤਰ੍ਹਾਂ ਦੇ ਤੱਥ CBI ਪੇਸ਼ ਕਰਦੀ ਹੈ, ਕਿਸ ਤਰ੍ਹਾਂ ਦੇ ਤੱਥ ਬਚਾਅ ਪਕਸ਼ ਦੀ ਤਰਫੋਂ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣਗੇ, ਔਰ ਇਨ ਸਾਰੀਆਂ ਦਲੀਲਾਂ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਕੋਰਟ ਕੀ ਫੈਸਲਾ ਲੈਂਦੀ ਹੋਈ ਨਜ਼ਰ ਆਊਗੀ। ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ।